हाँ जी स्टूडेंट्स लास्ट डे ਆਪਾਂ डिस्कस ਕੀਤਾ ਸੀਗਾ पर्सनल प्रोनाउन तक ठीक है। पर्सनल प्रोनाउन ਜਿਹੜੇ ਆ ਟੇਬਲ ਠੀਕ ਹੈ ਇੱਥੋਂ ਤੱਕ ਸੀਗੇ ਜਿਨ੍ਹਾਂ ਵਿੱਚ ਆਪਾਂ ਪੜਿਆ ਸੀਗਾ ਕਿ ਫਸਟ ਪਰਸਨ ਸੈਕੰਡ ਪਰਸਨ ਥਰਡ ਪਰਸਨ ਜਿਹੜੇ ਆ ਉਹਨਾਂ ਦੇ ਸਬਜੈਕਟਿਵ ਕੇਸ 'ਚ ਕਿਹੜੇ ਵਰਡਸ ਲੱਗ ਸਕਦੇ ਆ ਜਾਂ ਪ੍ਰੋਨਾਉਨ ਲੱਗ ਸਕਦੇ ਆ। ਆਬਜੈਕਟਿਵ ਕੇਸ ਵਿੱਚ ਪੋਜੈਸਿਵ ਰਿਫਲੈਕਸਿਵ ਤੇ ਐਮਫੈਸਾਈਜ਼ਿੰਗ ਜਿਹੜਾ ਆ ਉਹਦੇ 'ਚ ਕਿਹੜੇ ਲਗਾਵਾਂਗੇ ਠੀਕ ਹੈ। The next type that we are today going to discuss is the reflex. ਇਹਨਾਂ ਨੇ ਕਹਿੰਦੇ when the action done by the subject turns back upon the subject or when it reflects the successive pronoun. ਇਹਦੇ ਵਿੱਚ ਕੀ ਹੁੰਦਾ ਵਾ ਕਿ ਜਿਹੜਾ ਐਕਸ਼ਨ ਕੀਤਾ ਜਾਂਦਾ ਵਾ ਨਾ ਉਹ ਮੁੜ ਦੁਬਾਰਾ ਇਸ਼ਾਰਾ ਕਿਹਦੇ ਵੱਲ ਕਰਦਾ ਆ ਸਬਜੈਕਟ ਦੇ ਵੱਲ ਕਰਦਾ ਆ ਰਿਫਲੈਕਟ ਕਰਦਾ ਆ ਉਹਨੂੰ ਸਬਜੈਕਟ ਨੂੰ ਠੀਕ ਹੈ। Reflexive pronouns are formed by adding self or selves to the possessive pronoun. Possessive pronoun ਜਿਹੜੇ ਆਪਾਂ ਪੜ੍ਹੇ ਸੀਗੇ ਉੱਪਰ ਨਜ਼ਰ ਆ ਰਿਹਾ ਬਾਕਸ ਠੀਕ ਹੈ ਇੱਕ ਮਿੰਟ ਇਹ ਵਾਲਾ ਠੀਕ ਹੈ। ਇਹਦੇ ਵਿੱਚ ਜਿਹੜੇ ਆਹ ਵਾਲੇ ਸੀਗੇ ਠੀਕ ਹੈ ਇਹਨਾਂ ਦੇ ਪਿੱਛੇ ਆਪਾਂ ਕੀ ਲਗਾਉਨੇ ਆ ਸੈਲਫ ਵਰਡ ਐਡ ਉਹ ਇਹਨਾਂ ਦੇ ਨਾਲ ਸੈਲਫ ਜਾਂ ਸੈਲਵਸ ਐਡ ਕਰਕੇ ਬਣਨਗੇ ਜਿਹੜੇ ਤੁਹਾਡੇ ਰਿਫਲੈਕਸਿਵ ਪ੍ਰੋਨਾਉਨ ਹੋਣਗੇ। ਵਿੱਚ ਐਗਜ਼ਾਮਪਲਸ ਦਿੱਤੀਆਂ ਹੋਈਆਂ ਆ ਵੀ ਇੰਜੋਇਡ ਆਵਰਸੈਲਵਸ ਐਟ ਸ਼ਿਮਲਾ। ਹੁਣ ਵੀ ਜਿਹੜਾ ਵਾ ਵੀ ਦੇ ਹਿਸਾਬ ਨਾਲ ਚੇਂਜ ਹੋਇਆ ਹੈ ਰਿਫਲੈਕਸਿਵ ਠੀਕ ਹੈ। ਇੱਕ ਗੱਲ ਯਾਦ ਰੱਖਿਓ ਕਿ ਰਿਫਲੈਕਸਿਵ ਤੇ ਇੰਫੈਥਿਕ ਜਿਹੜੇ ਹੁੰਦੇ ਨਾ ਇਹਨਾਂ ਦੋਵਾਂ ਦੇ ਸੈਲਫ ਲੱਗਣਾ ਹੁੰਦਾ ਵਾ ਠੀਕ ਹੈ। ਬਟ ਇਹਨਾਂ ਦਾ ਫਰਕ ਮੈਂ ਤੁਹਾਨੂੰ ਦੱਸਦਾ ਫਰਕ ਇਹਨਾਂ 'ਚ ਰਿਫਲੈਕਸਿਵ ਹੁੰਦਾ ਨਾ ਰਿਫਲੈਕਸ ਦਾ ਮਤਲਬ ਹੁੰਦਾ ਐਕਸ਼ਨ ਇਹ ਐਮਫਸਾਈਜ਼ ਕਰਦਾ ਮਤਲਬ ਵੀ ਇੰਜੋਇਡ ਆਵਰਸੈਲਵਸ ਇੰਜੋਇਡ ਤੁਹਾਡੀ ਵਰਬ ਆ ਯਾਨੀ ਐਕਸ਼ਨ ਆ ਇਹ ਤੋਂ ਬਾਅਦ ਵਿੱਚ ਆਏਗਾ ਤੁਹਾਡਾ ਸੈਲਫ ਵਾਲਾ ਵਰਡ ਠੀਕ ਹੈ। ਤੇ ਜਿਹੜੇ ਹੁੰਦੇ ਆ ਇੰਫੈਥਿਕ ਦੇ ਟਾਈਪ ਨੂੰ ਦੇਖ ਲੈਂਦੇ ਆ ਦ ਪ੍ਰੋਨਾਉਂਸ emphasis are called emphatic pronoun ਤੇ ਇਹਨਾਂ emphatic pronouns ਦੇ ਵਿੱਚ ਕੀ ਹੁੰਦਾ ਆ ਇਹਦੇ ਵਿੱਚ ਸਬਜੈਕਟ ਨੂੰ ਐਮਫਸਾਈਜ਼ ਕੀਤਾ ਜਾਂਦਾ ਯਾਨੀ ਕਿ ਜਿਹੜਾ ਐਕਸ਼ਨ ਕਰ ਰਿਹਾ ਹੁੰਦਾ ਵਾ ਨਾ ਉਹਦੇ ਵੱਲ ਉਹਦੇ ਉੱਪਰ ਜ਼ਿਆਦਾ ਐਮਫਸਿਸ ਦਿੱਤੇ ਜਾਂਦੇ ਮਾਈਸੈਲਫ ਵਾਸ਼ਡ ਮਾਈ ਕੀਤੇ ਠੀਕ ਹੈ। ਸੋ ਯਾਨੀ ਇੱਥੇ ਜਿਹੜਾ ਆਈ ਸੀਗਾ ਆਈ ਦੇ ਨਾਲ ਮਾਈਸੈਲਫ ਲੱਗਿਆ ਤੇ ਉਹਨੂੰ ਜਿਹੜਾ ਵਾ ਹਾਈਲਾਈਟ ਕੀਤਾ। ਰਿਫਲੈਕਸ ਦਾ ਯਾਦ ਰੱਖਿਓ ਯਾਨੀ ਐਕਸ਼ਨ ਤੋਂ ਬਾਅਦ ਵਿੱਚ ਸੈਲਫ ਵਰਡ ਨੇ ਆ ਜਾਣਾ। ਜਿਹੜਾ ਇੰਫੈਥਿਕ ਆ ਜਿੱਥੇ ਤੁਹਾਡਾ ਸਬਜੈਕਟ ਲਿਖਿਆ ਉਹਦੇ ਤੋਂ ਬਾਅਦ ਵਿੱਚ ਸੈਲਫ ਠੀਕ ਹੈ। ਦੋਵਾਂ ਦੇ ਵਿੱਚ ਸੈਲਫ ਵਾਲੇ ਵਰਡਸ ਲੱਗਦੇ ਆ ਯਾਨੀ ਹੋ ਗਿਆ ਸੈਲਫਸ ਠੀਕ ਹੈ। ਬਟ ਫਰਕ ਕੀ ਆ ਕਿ ਰਿਫਲੈਕਸ ਵਿੱਚ ਐਕਸ਼ਨ ਤੋਂ ਬਾਅਦ ਚ ਲਿਖਿਆ ਜਾਣਾ ਜਦ ਕਿ ਇੰਫੈਥਿਕ ਵਿੱਚ ਸਬਜੈਕਟ ਤੋਂ ਬਾਅਦ ਚ ਲਿਖਿਆ ਜਾਣਾ ਠੀਕ ਹੈ। ਇੰਨਾ ਕੁ ਧਿਆਨ ਰੱਖਣਾ ਠੀਕ ਹੈ। ਅਗਲੀ ਟਾਈਪ ਹੈਗੀ ਆ ਡੈਮੋਨਸਟ੍ਰੇਟਿਵ ਪ੍ਰੋਨਾਉਂਸ ਦੀ। ਬੱਚੇ ਡੈਮੋਨਸਟ੍ਰੇਟਿਵ ਦਾ ਮਤਲਬ ਹੁੰਦਾ ਵਾ ਪੁਆਇੰਟ ਆਊਟ ਕਰਕੇ ਕੁਝ ਦੱਸਣਾ ਕਿ ਕੋਈ ਚੀਜ਼ ਕਿੱਥੇ ਪਈ ਆ ਤੇ ਕਿੱਥੇ ਨਹੀਂ ਪਈ ਹੈਗੀ ਠੀਕ ਹੈ। ਇਹਦੇ ਵਿੱਚ ਦੋ ਚੀਜ਼ਾਂ ਨੂੰ ਧਿਆਨ 'ਚ ਰੱਖਿਆ ਜਾਂਦਾ ਵਾ ਕਿ ਇੱਕ ਤੇ ਉਹਦਾ ਨੰਬਰ ਵਾ ਜਾਂ ਜ਼ਿਆਦਾ ਵਾ ਠੀਕ ਹੈ। ਇੱਕ ਵੇਖਿਆ ਜਾਂਦਾ ਵਾ ਡਿਸਟੈਂਸ ਕੋਈ ਚੀਜ਼ ਤੁਹਾਡੇ ਲਾਗੇ ਪਈ ਆ ਜਾਂ ਕੋਈ ਚੀਜ਼ ਤੁਹਾਡੇ ਤੋਂ ਬਹੁਤ ਦੂਰ ਪਈ ਆ ਠੀਕ ਹੈ। ਸੋ ਇਹ ਦੋ ਚੀਜ਼ਾਂ ਨੂੰ ਧਿਆਨ ਰੱਖਿਆ ਜਾਂਦਾ ਆ। ਇੱਕ ਮਿੰਟ ਕੀ ਐਗਜ਼ਾਮਪਲ ਹੁਣ ਦਿੱਤੀਆਂ ਵਾ ਡੈਮੋਨਸਟ੍ਰੇਟਿਵ ਪ੍ਰੋਨਾਉਂਸ ਪੁਆਇੰਟ ਟੂ ਦਾ ਨਾउन ਦੇ ਰਿਪਲੇਸ। ਹੁਣ ਜਿੱਦਾਂ ਇੱਥੇ ਦਿੱਤਾ ਹੋਇਆ ਆ ਦਿਸ ਦੈਨ ਦੈਟ ਇਹਨਾਂ ਦੇ ਵੱਲ ਇਸ਼ਾਰਾ ਹੁਣ ਦਿਸ ਜਿਹੜਾ ਵਾ ਨਾ ਪਹਿਲਾਂ ਆਪਾਂ ਗੱਲ ਕਰਦੇ ਆ ਦਿਸ ਦੀ ਐਂਡ ਇਹ ਜਿਹੜੇ ਆ ਨਾ ਇੱਕ ਜਾਣੇ ਵਾਸਤੇ ਵਰਤੇ ਜਾਂਦੇ ਆ ਤੇ ਜਦੋਂ ਕੋਈ ਚੀਜ਼ ਤੁਹਾਡੇ ਲਾਗੇ ਆ ਤੇ ਦਿਸ ਵਰਤੋ ਕੋਈ ਚੀਜ਼ ਤੁਹਾਡੇ ਤੋਂ ਦੂਰ ਆ ਤੇ ਦੈਟ ਵਰਤੋਗੇ ਠੀਕ ਹੈ। ਆਫਟਰ ਦੈਟ ਦਿਆ these ਤੇ those ਦੀ ਠੀਕ ਹੈ। these and those these ਕੋਈ ਚੀਜ਼ਾਂ ਤੁਹਾਡੀਆਂ ਵਾ those ਜਦੋਂ ਚੀਜ਼ਾਂ ਤੁਹਾਡੇ ਤੋਂ ਬਹੁਤ ਦੂਰ ਆ ਤੇ ਗਿਣਤੀ ਵਿੱਚ ਜ਼ਿਆਦੀਆਂ ਹੈ ਠੀਕ ਹੈ। ਇੱਥੇ these ਵਰਤਿਆ ਜਾਣਾ ਵਰਤਿਆ ਜਾਣਾ ਜਦੋਂ ਚੀਜ਼ਾਂ ਤੁਹਾਡੇ ਤੋਂ ਡਿਸਟੈਂਸ ਯਾਨੀ ਕਾਫੀ ਦੂਰੀ ਤੇ ਪਈਆਂ ਆ। ਬਾਅਦ ਚ ਇੱਕ ਵਰਡ ਇੱਥੇ ਆ ਰਿਹਾ
सच का मतलब हुंदा वा कि जदों तुसीं कोई पहला ठीक है ਉਹਦਾ ਹਵਾਲਾ ਦੇ ਕੇ ਕਹਿ ਰਹੇ ਹੋ ਕਿ ਇਦਾਂ ਦੇ ਲੋਕ ਇਦਾਂ ਦੀ ਚੀਜ਼ਾਂ ਉਹਨੂੰ ਇਦਾਂ ਦੇ ਵਰਡ ਨੂੰ ਕਵਾਂਗੇ ਇੰਗਲਿਸ਼ ਵਿੱਚ ਸੱਚ ਐਗਜ਼ਾਮਪਲ ਸੱਚ ਵਰ ਹਿਸ ਥਾਟਸ ਮਤਲਬ ਕਿ ਤੁਸੀਂ ਕੁਝ ਕਿਸੇ ਕਿਸਮ ਦੇ ਵਿਚਾਰਾਂ ਨਾਲ ਗੱਲ ਕਰ ਰਹੇ ਸੀਗੇ ਸੱਚ ਵਰ ਹਿਸ ਥਾਟਸ ਕੇ ਰਾਓ ਦੇ ਠੀਕ ਹੈ ਸੋ ਇਸ ਤਰ੍ਹਾਂ ਦੇ ਪੁਆਇੰਟ ਆਊਟ ਕਿਸ ਕੀਤਾ ਗਿਆ ਜਿਹੜੀ ਗੱਲ ਤੁਸੀਂ ਪਹਿਲਾਂ ਕਰ ਸੀ ਉਹ ਚੀਜ਼ ਨੂੰ ਉਹਦਾ ਹਵਾਲਾ ਦਿੱਤਾ ਨਾ ਸੋ ਇਹ ਚੀਜ਼ ਹੁੰਦੀ ਆ ਉੱਥੇ ਵਰਤਿਆ ਜਾਂਦਾ ਸੱਚ ਠੀਕ ਹੈ ਦੈਨ ਨੈਕਸਟ ਹੈਗਾ ਆ ਪੇਜ ਇਹ ਪੁਆਇੰਟ ਇਹਨਾਂ ਨੇ ਕੀ ਲਿਖਿਆ ਡੈਮੋਨਸਟ੍ਰੇਟਿਵ ਦੇ ਵਿੱਚ ਇਹ ਆਪਾਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਆ ਕਿ ਦਿਸ ਦੈਟ ਤੇ ਥੀਸ ਦੋਸ ਕਿੱਥੇ ਲੱਗਦੇ ਆ ਜਿਹੜਾ ਦਿਸ ਵਾ ਦਿਸ ਕੋਈ ਚੀਜ਼ ਇੱਥੇ ਵਰਤਣਾ ਦੈਟ ਉਦੋਂ ਜਦੋਂ ਕੋਈ ਚੀਜ਼ ਤੁਹਾਡੇ ਤੋਂ ਦੂਰ ਹੁੰਦਾ ਹੈ ਇਹਨਾਂ ਨੇ ਲਿਖੀ ਕਹਿੰਦੇ when two nouns are mentioned in the previous sentence clause this refers to the thing last ਜਿਹੜੀ ਐਂਡ ਤੇ ਮੈਂਸ਼ਨ ਕੀਤੀ ਜਾਵੇ ਚੀਜ਼ ਕਹਿੰਦੇ ਉਹਦੇ ਲਈ ਤੁਸੀਂ this ਵਰਤ ਸਕਦੇ ਹੋ ਤੇ that to the thing first mentioned ਜਿਹੜੀ ਪਹਿਲਾਂ ਮੈਂਸ਼ਨ ਕਰ ਚੁੱਕੇ ਹੋ ਠੀਕ ਹੈ ਇੱਕ ਚੀਜ਼ ਜਿਹੜੀ ਐਂਡ ਤੇ ਗੱਲ ਕੀਤੀ ਜਿਸ ਚੀਜ਼ ਦੀ ਉਹਨੂੰ ਤੁਸੀਂ this ਕਹਿ ਦੇਣਾ ਜਿੱਦਾਂ ਹੁਣ ਆਪਾਂ ਕੋਈ ਗੱਲ ਕਰ ਰਹੇ ਹਾਂ ਗੱਲ ਸਾਰੀ ਕਰ ਲਈ ਤੇ ਆਪਾਂ that ਬੋਲਤਾ ਉਹਦੇ ਬਾਰੇ ਠੀਕ ਹੈ then money and happiness are both useful ਹੁਣ ਇਹਦੇ ਲਈ ਉਹਨਾਂ ਨੇ ਕੀ ਇਹਨਾਂ ਨੇ ਇਸ ਸੈਂਟੈਂਸ ਦੇ ਲਈ this that ਵਰਤਨੇ ਆ ਕਹਿੰਦੇ ਮਨੀ ਐਂਡ ਹੈਪੀਨੈਸ ਹੁਣ ਹੈਪੀਨੈਸ ਲਾਸਟ ਤੇ ਵਰਡ ਆਇਆ ਇੱਥੇ ਲਾਸਟ ਦੀ ਗੱਲ ਕੀਤੀ ਆ ਨਾ ਇੱਥੇ ਲਾਸਟ ਦੀ ਯਾਨੀ ਕਿ ਇਹਨਾਂ ਦੋਵਾਂ ਦੀ ਗੱਲ ਕੀਤੀ ਤੇ ਹੈਪੀਨੈਸ ਦਾ ਨੰਬਰ ਲਾਸਟ ਤੇ ਸੀਗਾ ਸੋ ਉਹਦੇ ਲਈ ਇਹਨਾਂ ਨੇ this ਵਰਤਿਆ this happiness is more important than that ਯਾਨੀ ਕਿ ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਇੱਥੇ ਲਿਖਿਆ ਨਾ ਮੈਂਸ਼ਨ ਫਸਟ ਠੀਕ ਹੈ ਜਿਹੜੀ ਚੀਜ਼ ਦਾ ਪਹਿਲਾਂ ਤੁਸੀਂ ਗੱਲ ਕਰ ਲਈ ਉਹਦੇ ਲਈ ਤੁਸੀਂ that ਵਰਤ ਲਓ ਜਿਹੜੀ ਚੀਜ਼ ਨੂੰ ਤੁਸੀਂ ਐਂਡ ਤੇ ਬੋਲਿਆ ਉਹਦੇ ਲਈ ਤੁਸੀਂ this ਵਰਤ ਲਓ ਠੀਕ ਹੈ then ਹੋਰ ਐਗਜ਼ਾਮਪਲ ਇਹਨਾਂ ਨੇ ਕੀ ਦਿੱਤੀ ਆ cars and bikes are very useful ਹੁਣ ਬਾਈਕ ਜਿਹੜਾ ਵਾ ਬਾਈਕ ਦੇ ਲਈ ਤੁਸੀਂ ਵਰਤੋਗੇ this ਤੇ cars ਦੇ ਲਈ ਵਰਤੋਗੇ ਸੌਰੀ ਕਿਉਂਕਿ ਇਹ ਜ਼ਿਆਦੀਆਂ ਵਾ ਤੇ ਬਾਈਕਸ ਦੇ ਲਈ ਤੁਸੀਂ ਵਰਤਣਾ those ਤੇ cars ਦੇ ਲਈ ਵਰਤਣਾ ਤੁਸੀਂ these ਇੱਕ ਮਿੰਟ ਸੌਰੀ ਇਹ ਲਾਸਟ ਤੇ ਮੈਂਸ਼ਨ ਕੀਤੀ ਗਈ ਆ ਨਾ ਬਾਈਕਸ ਯਾਨੀ ਕਿ ਜਿਹੜੀ ਚੀਜ਼ ਲਾਸਟ ਤੇ ਮੈਂਸ਼ਨ ਕੀਤੀ ਗਈ ਆ this ਤੋਂ ਬਣ ਜਾਂਦਾ these ਠੀਕ ਹੈ ਤੇ ਜਿਹੜੀ ਚੀਜ਼ ਪਹਿਲਾਂ ਰੈਫਰ ਕੀਤੀ ਜਾਂਦੀ ਆ that ਤੋਂ ਬਣਦਾ those ਹੁਣ ਪਹਿਲਾਂ ਗੱਲ ਕਿਹਦੀ ਕੀਤੀ ਗਈ ਸੀਗੀ ਇੱਥੇ cars ਦੀ ਸੋ that ਤੋਂ ਕੀ ਬਣ ਜਾਂਦਾ ਫਿਰ those ਕਿਉਂਕਿ ਇਹ ਜ਼ਿਆਦੇ ਆ ਸੋ ਇਹਨੂੰ ਕੀ ਬਣ ਕੇ ਬਣਾਇਆ ਸੈਂਟੈਂਸ cars and bikes are both very useful ਕਹਿੰਦੇ ਕਿ ਕਾਰਾਂ ਤੇ ਜਿਹੜੀਆਂ ਬਾਈਕਸ ਆ ਕਹਿੰਦੇ ਦੋਵੇਂ ਬੜੀਆਂ ਇੰਪੋਰਟੈਂਟ ਆ ਅੱਗੇ ਉਹ ਲਿਖਦੇ ਆ ਹੁਣ ਬਾਈਕਸ ਤੇ ਕਾਰਸ ਜਿਹੜੇ ਬ੍ਰੈਕਟ ਚ ਲਿਖਿਆ ਇਹ ਚੀਜ਼ ਨੂੰ ਤੁਸੀਂ ਜਿਹੜਾ ਵਾ ਸਪੀਕਿੰਗ ਵਿੱਚ ਨਹੀਂ ਬੋਲੋਗੇ ਕੀ ਲਿਖੋਗੇ ਇਹਦੇ ਲਈ ਕਹਿੰਦੇ these are more economical than those ਕਹਿਣ ਦਾ ਮਤਲਬ ਇਹ ਕਹਿੰਦੇ ਕਿ ਉਹ ਜ਼ਿਆਦਾ ਇਕਨੋਮਿਕਲ ਆ ਯਾਨੀ ਜ਼ਿਆਦਾ ਸਸਤੀਆਂ ਵਾ ਕਿਹਦੇ ਨਾਲੋਂ ਕਾਰਾਂ ਦੇ ਨਾਲੋਂ ਇਕਨੋਮਿਕਲ ਦਾ ਮਤਲਬ ਹੁੰਦਾ ਕੋਈ ਚੀਜ਼ ਸਸਤੀ ਹੋਣਾ ਮਤਲਬ ਕਿ ਇਸ ਹਿਸਾਬ ਨਾਲ ਇਕਨੋਮਿਕਲ ਦਾ ਇੱਥੇ ਮਤਲਬ ਇਹ ਆ ਕਿ ਇੱਕ ਤੇ ਇਹਦੇ ਤੇ ਪੈਟਰੋਲ ਦਾ ਬਹੁਤ ਜ਼ਿਆਦਾ ਖਰਚਾ ਨਹੀਂ ਹੁੰਦਾ ਇੱਕ ਇਹਦੀ ਇਹ ਐਡਵਾਂਟੇਜ ਹੁੰਦੀ ਹੈ ਕਿ ਜਦੋਂ ਟ੍ਰੈਫਿਕ 'ਚ ਫਸਦੇ ਆ ਤੇ ਕਾਰ ਦਾ ਲੰਘਣਾ ਮੂਵ ਇੱਧਰ ਉੱਧਰ ਹੋ ਜਾਂਦੀ ਹੈ ਠੀਕ ਹੈ ਅੱਗੇ ਬੀ ਪੁਆਇੰਟ ਉਹਨਾਂ ਨੇ ਗੱਲ ਕੀਤੀ ਹੈ ਕਹਿੰਦੇ ਵਨ ਵਨਸ ਤੇ ਨਾਓ ਇਹਦਾ ਕੀ ਮਤਲਬ ਆ ਪਹਿਲਾ ਪੁਆਇੰਟ ਹੈਗਾ ਕਹਿੰਦੇ ਵੈਨ ਦਾ ਐਂਟੀਸੀਡੈਂਟ ਨਾਊਨ ਇਜ਼ ਐਂਟੀਸੀਡੈਂਟ ਮਤਲਬ ਹੁੰਦਾ ਵਾ ਜਿੱਦਾਂ ਆਪਾਂ ਵਰਡ ਵਰਤ ਨਹੀਂ ਲੈਂਦੇ ਹੈਗੇ who ਸੈਂਟੈਂਸ ਦੇ ਵਿੱਚ ਆਪਾਂ ਜਦੋਂ ਸਬਜੈਕਟ ਵੱਲ ਇਸ਼ਾਰਾ ਕਰਦੇ ਜਿਸ ਸਬਜੈਕਟ ਵੱਲ ਇਸ਼ਾਰਾ ਕਰਦੇ ਆ ਨਾ ਉਹ ਐਂਟੀਸੀਡੈਂਟ ਹੁੰਦਾ ਆ ਕੀ ਕਿਹਾ ਹੈ ਇਹਦੇ ਵਿੱਚ ਕਿ ਆਪਾਂ ਵਨ ਉਦੋਂ ਯੂਜ਼ ਕਰਾਂਗੇ ਜਦੋਂ ਆਪਾਂ ਐਂਟੀਸੀਡੈਂਟ ਜਿਹੜਾ ਵਾ ਉਹਨੂੰ ਸਿੰਗਲਰ ਨੰਬਰ ਯਾਨੀ ਕਿ ਇੱਕੋ ਹੀ ਆਓ ਰਾਘਵ won the prize last year but he did not won this year ਹੁਣ ਉਹਨਾਂ ਨੇ ਗੱਲ ਕੀਤੀ ਹੈ ਇੱਥੇ ਇਹ ਵਨ ਜਿਹੜਾ ਵਾ ਇਹ ਇਸ਼ਾਰਾ ਕਰ ਰਿਹਾ ਵਾ ਪ੍ਰਾਈਜ਼ ਵੱਲ ਇਹਦੇ ਵੱਲ ਠੀਕ ਹੈ ਸੋ ਪ੍ਰਾਈਜ਼ ਇੱਕ ਵਾ ਠੀਕ ਹੈ ਸਿੰਗੂਲਰ ਨੰਬਰ ਆ ਕਰਕੇ ਇਹ ਵਰਤਿਆ ਗਿਆ ਆ ਵਨ ਦੈਨ ਬੀ ਹੈਗਾ ਆ when noun is plural we use one ਹੁਣ ਇੱਥੇ ਪ੍ਰਾਈਜ਼ ਇੱਕ ਸੀਗਾ ਜਦੋਂ ਉਹ ਪਲੂਰਲ ਹੋ ਜੇ ਉਹਦਾ ਨੰਬਰ ਵੱਧ ਜੇ ਫਿਰ ਵਨਸ ਪਿੱਛੇ ਐਸ ਲਗਾ ਦਿਓ flats in this colony and two big ones ਠੀਕ ਹੈ
उन्होंने कहा वा कि इत्थे 10 स्मॉल फ्लैट्स आ इस कलोनी दे विच ते 2 कहंदे कि वड्डे आ, ठीक है, बिग वंस। हुण किन्ना कीता जा रहा आ फ्लैट्स दे वल। हुण फ्लैट इत्थे सिंगुलर नहीं सी ना, जे एस लगा वा ते प्लूरल आ। ਗੱਲ ਕੀਤੀ ਹੈ ਕਿ ਨਨ ਕਿੱਥੇ ਵਰਤਿਆ ਗਿਆ ਆ, ਨਨ ਇਜ਼ ਦਾ ਸ਼ਾਰਟ ਫਾਰਮ ਆਫ ਨੋਟ ਵਨ। ਨੋਟ ਵਨ ਮਤਲਬ ਇੱਕ ਨਹੀਂ, ਠੀਕ ਹੈ, ਇੱਕ ਵੀ ਨਹੀਂ। ਜਿੱਦਾਂ ਜਦੋਂ ਆਪਾਂ ਨਾ ਚੋ ਕੋਈ ਵੀ ਨਹੀਂ, ਦੇ ਹੈਵ 2 ਸਕੂਟਰਸ ਬਟ ਆਈ ਹੈਵ ਕੋਲੇ ਇੱਕ ਵੀ ਨਹੀਂ, ਨੋਟ ਵਨ ਹੈਗਾ, ਠੀਕ ਹੈ। ਸੋ ਇਸ ਤਰੀਕੇ ਨਾਲ ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਹੋ, ਠੀਕ ਹੈ। ਅੱਗੇ ਹੈਗੇ ਆ ਬੱਚੇ ਰਿਲੇਟਿਵ ਪ੍ਰੋਨਾਊਨਸ। ਰਿਲੇਟਿਵ ਪ੍ਰੋਨਾਊਨ ਦੀ ਉਹਨਾਂ ਨੇ ਕੀ ਗੱਲ ਕੀਤੀ ਹੈ, ਕਹਿੰਦੇ ਇਟ ਰਿਲੇਟਸ ਅ ਨਾਊਨ ਟੂ ਅ ਗਰੁੱਪ ਆਫ ਵਰਡਸ ਦੈਟ ਫੋਲੋ। ਕੀ ਕਹਿੰਦੇ, ਕਹਿੰਦੇ ਰਿਲੇਟਿਵ ਪ੍ਰੋਨਾਊਨ ਕਿ ਇਹ ਉਸ ਨਾਊਨ ਦੇ ਗਰੁੱਪ ਵੱਲ ਇਸ਼ਾਰਾ ਕਰਦੇ ਜਿਨ੍ਹਾਂ ਨੂੰ ਇਹ ਫੋਲੋ ਕਰਦੇ ਆ, ਠੀਕ ਹੈ। ਪ੍ਰੋਨਾਊਨ ਵਾਸਤੇ, ਵਿਚ ਐਨੀਮਲ ਵਾਸਤੇ, ਦੈਟ ਨॉन ਲਿਵਿੰਗ ਚੀਜ਼ ਵਾਸਤੇ, ਦੈਨ ਵਟ, ਹੋਮ, ਜਿਹੜੇ ਇਹ ਅਕੋਰਡਿੰਗ ਟੂ ਜਿੱਦਾਂ ਦਾ ਸੈਂਟੈਂਸ ਉਸ ਹਿਸਾਬ ਨਾਲ ਵਰਤੇ ਜਾਂਦੇ ਆ, ਠੀਕ ਹੈ। ਜਿੱਦਾਂ ਹੁਣ ਸੈਂਟੈਂਸਸ ਨੂੰ ਪਹਿਲਾਂ ਦੇਖੋਗੇ ਐਗਜ਼ਾਮਪਲਸ ਦੇ ਥਰੂ, ਫਿਰ ਤੁਹਾਨੂੰ ਪਤਾ ਲੇਡੀ ਹੂ ਗਿਵ ਮੀ ਦ ਸਕੋਲਰਸ਼ਿਪ, ਕਹਿੰਦੇ ਇਹ ਉਹ ਲੇਡੀ ਆ ਜਿਹਨੇ ਮੈਨੂੰ ਸਕੋਲਰਸ਼ਿਪ ਦਿੱਤੀ। ਹੁਣ ਇਹ ਹੂ ਵਰਡ ਜਿਹੜਾ ਵਾ ਨਾ, ਇਹ ਲੇਡੀ ਵਾਸਤੇ ਵਰਤਿਆ ਜਾ ਰਿਹਾ ਆ, ਠੀਕ। ਸੋ ਯਾਨੀ ਕਿ ਹੂ ਕਿਹਨੂੰ ਕਿਹਾ ਗਿਆ ਆ, ਲੇਡੀ ਨੂੰ, ਠੀਕ ਹੈ। ਸੋ ਇਸ ਕਰਕੇ ਇੱਥੇ ਹੂ ਵਰਡ ਵਰਤਿਆ ਗਿਆ ਆ। ਦਿਸ ਇਜ਼ ਦਾ ਪੈਨ ਡਰਾਈਵ ਵਿਚ ਫਾਦਰ ਯੂਜ਼। ਹੁਣ ਵਿਚ ਨॉन ਲਿਵਿੰਗ ਚੀਜ਼ ਵਾਸਤੇ ਵਰਤਿਆ ਜਾਂਦਾ ਵਾ, ਠੀਕ ਹੈ, ਨਾਉਨ ਆ। ਸੋ ਵਿਚ ਕਿਹਨੂੰ ਕਿਹਨੂੰ ਕਿਹਾ ਗਿਆ ਆ, ਪੈਨ ਡਰਾਈਵ ਨੂੰ। Here is the skirt that I was looking for। ਹੁਣ that ਨॉन ਲਿਵਿੰਗ ਚੀਜ਼ ਵਾਸਤੇ ਵਰਤਿਆ ਜਾਂਦਾ ਵਾ, ਨਾਉਨ ਇੱਥੇ ਸਕਰਟ ਆ, ਤੇ ਫਿਰ ਉਹਦੇ ਲਈ ਕੀ ਵਰਤਿਆ ਜਾਣਾ ਸੀਗਾ, obviously that। ਇਸ ਕਰਕੇ ਇੱਥੇ who what ਇਹ ਸਭ ਚੀਜ਼ਾਂ ਜਿਹੜੀਆਂ ਨਹੀਂ ਆਈਆਂ, ਠੀਕ ਹੈ। that ਇਸ ਕਰਕੇ ਆਇਆ, ਇਹਦਾ ਵੀ ਕਾਰਨ ਆ। ਅੱਗੇ ਇਹਨਾਂ ਨੇ ਸੈਂਟੈਂਸ ਇੱਕ ਟੈਕਸਟ ਲਿਖਿਆ ਹੋਇਆ, ਕਹਿੰਦੇ ਇਨ ਥੀਸ sentences given above the word who which that have been used as a relative pronoun। ਉਹਨਾਂ ਨੇ ਕਿਹਾ ਵਾ, ਕਹਿੰਦੇ ਕਿ ਇਹ ਸਾਰੇ ਵਰਡਸ ਜਿਹੜੇ ਆ ਕਹਿੰਦੇ ਰਿਲੇਟਿਵ ਪ੍ਰੋਨਾਊਨ ਦੀ ਤਰ੍ਹਾਂ ਇੱਥੇ ਵਰਤੇ ਗਏ ਆ। ਦੇ ਰਿਲੇਟ ਦਾ ਨਾਊਨਸ। ਹੁਣ ਕਹਿੰਦੇ ਕਿ ਲੇਡੀ, ਪੈਨ ਡਰਾਈਵ, ਸਕਰਟ, ਕਹਿੰਦੇ ਇਹ ਸਾਰੇ ਜਿਹੜੇ ਵਰਡਸ ਆ ਬਾਕੀ ਵਰਡਸ ਦੇ ਨਾਲ, ਯਾਨੀ ਨਾਮ ਦਾ ਸੰਬੰਧ ਸੈਂਟੈਂਸ ਦੇ ਬਾਕੀ ਵਰਡਸ ਦੇ ਨਾਲ ਜਿਹੜਾ ਦੱਸਿਆ ਜਾ ਰਿਹਾ ਵਾ, ਉਹ ਹੈਲਪ ਨਾਲ ਦੱਸਿਆ ਜਾ ਰਿਹਾ ਵਾ, ਰਿਲੇਟਿਵ ਪ੍ਰੋਨਾਊਨਸ ਦੀ ਹੈਲਪ ਨਾਲ, ਠੀਕ ਹੈ। ਦਾ ਤੇ ਇਹ ਜਿਹੜਾ ਵਰਡ ਆ ਨਾ, ਜਿੱਦਾਂ ਹੂ ਆ, ਕਿਹਦੇ ਵੱਲ ਇਸ਼ਾਰਾ ਕਰ ਰਿਹਾ ਸੀ, ਲੇਡੀ ਵੱਲ। ਤੇ ਇਹ ਉਹ ਵਾਲਾ ਵਰਡ ਜਿਹੜਾ ਹੁੰਦਾ ਵਾ, ਉਹਨੂੰ ਐਂਟੀਸੀਡੈਂਟ। ਸੋ ਆਹ ਵਾਲੀ ਟਰਮ ਜਿਹੜੀ ਹੈ, ਇਹਦਾ ਮਤਲਬ ਇਹ ਆ, the word lady is the antecedent of the relative pronoun who। in the same way skirt are the antecedent for the relative pronoun which and that respectively। ਮੈਂ ਪਹਿਲਾਂ ਕੀਆਂ ਇਹ ਜਿਹੜਾ ਆ relative pronouns ਹੁੰਦੇ, ਇਹ ਮੁੜ ਇਸ਼ਾਰਾ ਜਿਹਦੀ ਆਪਾਂ ਐਂਟੀਸੀਡੈਂਟ ਕਹਿ ਦਿੰਦੇ ਆ, ਠੀਕ ਹੈ। ਅੱਗੇ ਉਹਨਾਂ ਨੇ ਕੁਝ ਹੋਰ ਪੁਆਇੰਟਸ ਵੀ ਦਿੱਤੇ ਹੋਏ ਆ, ਕਹਿੰਦੇ ਐਜ਼ ਅ ਰਿਲੇਟਿਵ ਪ੍ਰੋਨਾਊਨ ਡਸ ਦਾ ਵਰਕ ਆਫ ਦਾ ਪ੍ਰੋਨਾਊਨ ਐਂਡ ਦੈਟ ਆਫ ਦਾ ਕੰਜੰਕਸ਼ਨ। ਰਿਲੇਟਿਵ ਪ੍ਰੋਨਾਊਨਸ ਜਿਹੜੇ ਹੁੰਦੇ ਆ ਨਾ, ਕਿ ਇਹ ਕਹਿੰਦੇ ਪ੍ਰੋਨਾਊਨ ਦਾ ਤੇ ਕੰਮ ਕਰਦੇ ਹੀ ਕਰਦੇ ਆ, ਕਹਿੰਦੇ ਇਸ ਦੇ ਨਾਲ ਨਾਲ ਕਹਿੰਦੇ ਕੰਜੰਕਸ਼ਨ ਦਾ ਕਿੰਨਾ ਕੰਮ ਕਰਦੇ ਬੱਚੇ, ਨੂੰ ਆਪਸ ਵਿੱਚ ਜੋੜਦੇ ਆ ਨਾ। ਇਹ ਜਿੱਦਾਂ ਕਿਹਾ ਜਾ ਉੱਥੇ ਕਿਹਾ ਗਿਆ, ਦਿਸ ਇਜ਼ ਦਾ ਪੈਨ ਡਰਾਈਵ ਫਾਦਰ ਯੂਜ਼ਡ ਇਟ, ਠੀਕ ਹੈ, ਕਿ ਪਿਤਾ ਜੀ ਉਹਦੇ ਯੂਜ਼ ਨੂੰ ਇਕੱਠੇ ਕਰਨ ਦਾ ਕੰਮ ਦੈਟ ਜਾਂ ਵਿਚ ਵਰਡ ਦੇ ਨਾਲ ਕੀਤਾ ਜਾ ਸਕਦਾ ਸੀ, ਠੀਕ ਹੈ। ਪਹਿਲਾ ਪੁਆਇੰਟ ਉਹਨਾਂ ਨੇ ਡਿਸਕਸ ਕੀਤਾ ਹੈ, ਔਰ ਦਾ ਆਬਜੈਕਟ ਆਫ ਦਾ ਸਬਆਰਡੀਨੇਟ ਪਾਰਟ ਆਫ ਦਾ ਸੈਂਟੈਂਸ। ਆ ਹੁੰਦਾ ਵਾ ਕਲੌਜ਼, ਆ ਹੁੰਦਾ ਸਬਆਰਡੀਨੇਟ ਕਲੌਜ਼। ਉਹਨਾਂ ਨੇ ਕਿਹਾ ਕਿ ਸਬਆਰਡੀਨੇਟਿੰਗ ਕਲੌਜ਼ ਜਿਹੜਾ ਵਾ ਨਾ, ਇਹ ਅੱਗੇ ਆ ਜਾਂਦਾ ਵਾ ਨਾ, ਤੇ ਕਹਿੰਦੇ ਇਹ ਸਬਜੈਕਟ ਦਾ ਕੰਮ ਕਰਦਾ ਵਾ। ਤੇ ਜਦੋਂ ਇਹ ਮੇਨ ਕਲੌਜ਼ ਦੇ ਕਰਦਾ ਆਬਜੈਕਟ ਦਾ, ਇਦਾਂ ਹੀ ਹੁੰਦਾ ਵਾ ਨਾ, ਆਬਜੈਕਟ ਹਮੇਸ਼ਾ ਐਂਡ ਤੇ ਆਉਂਦਾ ਵਾ ਤੇ ਸਬਜੈਕਟ ਹਮੇਸ਼ਾ ਸਟਾਰਟਿੰਗ 'ਚ ਹੁੰਦਾ। ਸੋ ਇਹਦਾ ਇਹ ਸਬਜੈਕਟ ਆਬਜੈਕਟ ਹੋ ਗਿਆ। ਕੌਣ, ਜਿਹੜੇ ਵਰਡਸ ਆ ਹੂ, ਵਟ ਜਾਂ ਫਿਰ ਦੈਟ, ਕਾਫੀ ਸਾਰੇ ਆ, ਠੀਕ ਹੈ।
ਦੈਨ ਸੈਕਿੰਡ ਜਿਹੜਾ ਪੁਆਇੰਟ ਆ ਉਹ ਚ ਕੀ ਉਹ ਕਹਿ ਰਹੇ ਕਹਿੰਦੇ ਕਿ ਐਜ਼ ਅ ਕੰਜੰਕਸ਼ਨ ਜੁਆਇਨਸ ਦਾ ਸਬਆਰਡੀਨੇਟਿੰਗ ਪਾਰਟ ਟੂ ਦਾ ਮੇਨ ਪਾਰਟ ਆਫ ਦਾ ਸੈਂਟੈਂਸ ਕਹਿੰਦੇ ਇਹ ਕੰਜੰਕਸ਼ਨ ਜਿਹੜਾ ਵਾ ਕਹਿੰਦੇ ਇਹ ਜਿਹੜਾ ਵਾ ਇਹ ਸਬਆਰਡੀਨੇਟ ਯਾਨੀ ਕਿ ਨਵਾਂ ਕਿਸੇ ਜੋੜਨ ਦਾ ਕੰਮ ਕਰਦਾ ਆ ਸਟੱਡੀ ਕਰਨ ਨੂੰ ਕਿਹਾ ਅਗਲੇ ਉਹਨਾਂ ਨੇ ਕੁਝ ਪੁਆਇੰਟਸ ਆਈ ਨੋ is a sincere is bound to be successful ਹੁਣ who ਨੂੰ ਕਿਹਾ ਗਿਆ ਆਦਮੀ ਨੂੰ ਠੀਕ ਹੈ ਹੁਣ ਇੱਥੇ ਫਿਰ ਉਹੀ ਚੀਜ਼ ਉਹਨਾਂ ਨੇ ਰਿਪੀਟ ਕੀਤੀ ਹੈ skip it ਕਿਉਂਕਿ ਆਪ ਹਾਈਲਾਈਟ ਕਰ ਚੁੱਕੇ ਹਾਂ ਪਹਿਲਾਂ then again ਜੇ ਸੈਂਟੈਂਸ ਦੇ ਸਟਾਰਟਿੰਗ ਵਿੱਚ ਤੁਸੀਂ ਲਗਾਉਣੇ ਆ ਤੇ ਆਹ ਵਾਲੇ ਰਿਲੇਟਿਵ ਪ੍ਰੋਨਾਉਂਸ ਲਗਾਓ ਅਗਰ ਪੋਜੈਸ਼ਨ ਦੱਸਣਾ ਵਾ ਕਿ ਕੋਈ ਚੀਜ਼ ਕਿਹਨੂੰ ਬਿਲੋਂਗ ਕਰ ਰਹੀ ਫਿਰ ਆ ਪੋਜੈਸਿਵ ਤੇ ਜੇ ਆਬਜੈਕਟਿਵ ਕੇਸ ਨਾ ਹੋਵੇ ਤੇ ਫਿਰ ਆ ਵਰਡਸ ਠੀਕ ਹੈ ਹੁਣ ਯੂਜ਼ ਇਹਨਾਂ ਨੇ ਦਿੱਤਾ ਹੋਇਆ ਆ ਪਹਿਲਾ ਪੁਆਇੰਟ ਹੈਗਾ ਆ ਟਾਈਮ ਦੇਖ ਲੈਣਾ ਸੀ ਸਟੂਡੈਂਟਸ ਆਪਾਂ ਯੂਜ਼ਸ ਜਿਹੜੇ ਆ ਰਿਲੇਟਿਵ ਪ੍ਰੋਨਾਉਨ ਦੇ ਜਿਹੜੇ ਆ ਇਹ ਆਪਾਂ ਡਿਸਕਸ ਕਰ ਠੀਕ ਹੈ ਸੋ ਦਿਸ ਇਜ਼ ਆਲ ਫॉर ਟੁਡੇ